ਸਿੱਖ ਚੈਨਲ ਵੈਨਕੂਵਰ ਦੇ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਹ ਵਿਸ਼ੇਸ਼ ਮੁਲਾਕਾਤ ਜਿਹਦੇ ਵਿੱਚ ਇੱਕ ਐਸੀ ਸ਼ਖਸੀਅਤ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ, ਪੰਜਾਬੀ ਕਵਿਤਾ ਨੂੰ, ਪੰਜਾਬੀ ਸਾਹਿਤ ਨੂੰ ਰੱਜ ਕੇ ਪਿਆਰ ਕੀਤਾ ਔਰ ਡਾਕਟਰ ਸੁਰਜੀਤ ਪਾਤਰ ਜਿਹੜੇ ਕਿਸੇ ਮੇਰੇ ਕੋਲ ਸ਼ਾਇਦ ਕੋਈ ਲਫ਼ਜ਼ ਨਹੀਂ ਜਿਨ੍ਹਾਂ ਨਾਲ ਮੈਂ ਇਹਨਾਂ ਦਾ ਜਾਣ ਪਛਾਣ ਤੁਹਾਡੇ ਨਾਲ ਕਰਾ ਸਕਾਂ। ਅੱਜ ਪਲੇਠੀ ਇੰਟਰਵਿਊ ਦੇ ਵਿੱਚ ਇਹਨਾਂ ਦਾ ਸਵਾਗਤ ਕਰਦੇ ਹਾਂ ਡਾਕਟਰ ਸੁਰਜੀਤ ਪਾਤਰ ਜੀ ਨਾਲ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸਿੱਖ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਸਰ ਕੁਲਦੀਪ ਸਿੰਘ ਜੀ, ਅਤੇ ਸਿੱਖ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਔਰ ਸਤਿਕਾਰ ਔਰ ਅਦਬ ਮੋਹ ਸਤਿ ਸ੍ਰੀ ਅਕਾਲ। ਤੋ ਮੇਰੇ ਲਈ ਬੜੀ ਖੁਸ਼ੀ ਦਾ ਮੌਕਾ, ਤੁਸੀਂ ਮੇਰੇ ਨਾਲੇ ਦਿਲ ਦੀ ਸਾਂਝ ਪਾਉਣ ਲਈ ਆਏ ਹੋ, ਤੋ ਸੋ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਇਸ ਤਰ੍ਹਾਂ ਹੈ ਕਿ ਅਸਲ 'ਚ ਸਿੱਖ ਚੈਨਲ ਦਾ ਸਾਹਿਤਕ ਇਹ ਪਹਿਲੀ ਮਿਲਣੀ ਹੈ ਮੇਰੀ, ਅਤੇ ਮੈਂ ਚਾਹੁੰਦਾ ਕਿ ਤੁਹਾਡੇ ਵਰਗੀ ਇੱਕ ਐਸੀ ਸ਼ਖਸੀਅਤ, ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਜਿਨ੍ਹਾਂ ਨਾਲ ਮੈਂ ਮੇਰੇ ਦਰਸ਼ਕਾਂ ਨੂੰ ਦੱਸ ਸਕਾਂ। ਦੁਨੀਆ ਭਰ ਦੇ ਵਿੱਚ ਤੁਹਾਡੇ ਬਾਰੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਪੰਜਾਬੀ ਮਾਂ ਬੋਲੀ, ਪੰਜਾਬੀ ਸਾਹਿਤ ਨੂੰ ਅਤੇ ਪੰਜਾਬੀ ਕਵਿਤਾ ਨੂੰ ਤੁਹਾਡੀ ਬੜੀ ਵੱਡੀ ਦੇਣ ਹੈ। ਔਰ ਜਿਸ ਤਰੀਕੇ ਦੇ ਨਾਲ, ਜਿਸ ਨਿਯਮਾਵਲੀ ਦੇ ਵਿੱਚ ਲਿਆ ਕੇ ਤੁਸੀਂ ਕਵਿਤਾ ਨੂੰ ਜਾਂ ਸਾਹਿਤ ਨੂੰ ਰਚਦੇ ਹੋ, ਦੁਨੀਆ ਭਰ ਦੇ ਵਿੱਚ ਬੜਾ ਫਖਰ ਦੇ ਨਾਲ ਕਿਹਾ ਜਾਂਦਾ ਹੈ। ਮੈਂ ਚਾਹੁੰਦਾ ਕਿ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ, ਕਿਉਂਕਿ ਮੈਂ ਅਜੇ ਪ੍ਰੋਗਰਾਮ ਦਾ ਕੋਈ ਨਾਂ ਨਹੀਂ ਲਿਆ, ਮੈਂ ਚਾਹੁੰਦਾ ਕਿ ਇਸ ਪ੍ਰੋਗਰਾਮ ਦਾ ਨਾਮ ਹੀ ਮੈਂ ਤੁਹਾਡੇ ਤੋਂ ਅੱਜ ਪਹਿਲੇ ਗੱਲਬਾਤ ਦੇ ਵਿੱਚ ਚਾਹੁੰਦਾ ਕਿ ਤੁਸੀਂ ਇਸ ਦਾ ਨਾਮ ਰੱਖੋ। ਜਿਹੜਾ ਇਸ ਵੇਲੇ ਮੇਰੇ ਮਨ 'ਚ ਜਾਨੀ ਇਸ ਪਲ ਨਾਮ ਆ ਰਿਹਾ ਉਹ ਅਸੀਂ ਵੀ ਸਨਮੁਖ। ਉਹ ਸਨਮੁਖ ਮੇਰੇ ਮਨ 'ਚ ਆਇਆ ਵੀ ਇੱਦਾਂ ਕਿ ਮੇਰਾ ਇੱਕ ਸ਼ੇਰ ਆ ਕਿ ਉਜਲੇ ਸ਼ੀਸ਼ੇ ਸਨਮੁਖ ਮੈਨੂੰ ਚਿਰ ਤੱਕ ਨਾ ਖਲਿਆਰ, ਵਾਹ, ਮੈਲੇ ਮਨ ਵਾਲੇ ਮੁਜਰਮ ਨੂੰ ਇਸ ਮੌਤੇ ਨਾ ਮਾਰ। ਵਾਹ ਵਾਹ। ਕਿ ਇੱਕ ਸਨਮੁਖ ਦਾ ਭਾਵ ਇਹੀ ਹੈ ਕਿ ਕਿਸੇ ਦੇ ਸਾਹਮਣੇ ਆਉਣਾ, ਸਾਹਮਣੇ ਭਾਵੇਂ ਉਹ ਸ਼ੀਸ਼ਾ ਹੈ, ਭਾਵੇਂ ਉਹ ਇਨਸਾਨ ਹੈ, ਬੇਸ਼ੱਕ ਉਹ ਪੁਸਤਕ ਹੈ। ਸੋ ਇਸ ਪਲ ਮੇਰੇ ਮਨ 'ਚ ਇਹੀ ਨਾਮ ਆ ਰਿਹਾ। ਵਾਹ ਜੀ ਵਾਹ। ਮੈਂ ਕਹਿੰਦਾ ਵੀ ਮੇਰੇ ਲਈ ਬੜੀ ਸੁਭਾਗ ਘੜੀ ਹੈ ਕਿ ਸਿੱਖ ਚੈਨਲ ਦੇ ਵੈਨਕੂਵਰ ਤੋਂ ਸਾਹਿਤਕ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ, ਮੈਂ ਕਹਾਂਗਾ ਕਿ ਅੱਜ ਦੇ ਪਹਿਲੇ ਸਨਮੁਖ ਗੱਲਬਾਤ ਤੋਂ ਵਿਸ਼ੇਸ਼ ਜਿਹੜੀ ਮੁਲਾਕਾਤ ਹੋ ਰਹੀ ਹੈ, ਉਹਦੇ ਵਿੱਚ ਸਾਡੇ ਦੁਨੀਆ ਭਰ ਦੇ ਦਰਸ਼ਕ ਇਸ ਵੇਲੇ ਦੇਖ ਰਹੇ ਨੇ। ਥੋੜ੍ਹਾ ਜਿਹਾ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਥੋੜ੍ਹਾ ਜਿਹਾ ਪਿਛੋਕੜ ਬਾਰੇ, ਪਿੰਡ ਬਾਰੇ, ਬਚਪਨ ਬਾਰੇ ਜ਼ਰੂਰ ਯਾਦ ਸਾਂਝੀ ਕਰੋ ਜੀ। ਬਸ ਮੇਰਾ ਪਿੰਡ, ਜਿਸ ਤਰ੍ਹਾਂ ਮੈਂ ਆਪਣੀਆਂ ਕਵਿਤਾ 'ਚ ਵੀ ਕਹਿੰਦਾ ਕਿ ਦੂਰ ਇੱਕ ਪਿੰਡ ਵਿੱਚ ਨਿੱਕਾ ਜਿਹਾ ਘਰ ਸੀ, ਕੱਚੀਆਂ ਸੀ ਕੰਧਾਂ, ਉਹਦਾ ਬੋੜਾ ਜਿਹਾ ਦਰ ਸੀ, ਅੰਮੀ ਮੇਰੀ ਚਿੰਤਾ ਅਤੇ ਬਾਪੂ ਮੇਰਾ ਡਰ ਸੀ, ਉਦੋਂ ਮੇਰੀ ਔਧ ਯਾਰੋ ਮਸਾਂ ਫੁੱਲ ਭਰ ਸੀ। ਤੋ ਪਿੰਡ ਮੇਰਾ ਪੱਤਣ ਕਲਾਂ, ਜ਼ਿਲ੍ਹਾ ਜਲੰਧਰ ਦੇ ਵਿੱਚ, ਅਤੇ ਇਹ ਤਿੰਨਾਂ ਸ਼ਹਿਰਾਂ ਦੀ ਤ੍ਰਿਕੋਣ 'ਚ ਵਸਿਆ ਹੋਇਆ। ਇੱਕ ਪਾਸੇ ਸਾਡੇ ਕਪੂਰਥਲਾ, ਇੱਕ ਪਾਸੇ ਕਰਤਾਰਪੁਰ, ਇੱਕ ਪਾਸੇ ਜਲੰਧਰ। ਤੋ ਉਸ ਪਿੰਡ ਜਿੱਥੇ ਚੌਥੀ ਜਮਾਤ ਤੱਕ ਸਕੂਲ ਸੀ, ਅਤੇ ਜਿਹੜੀ ਮੇਰੀਆਂ ਪਿੰਡ ਦੀਆਂ ਸਭ ਤੋਂ ਬਚਪਨ ਦੀਆਂ ਪਹਿਲੀਆਂ ਯਾਦਾਂ ਉਹੀ ਆ ਕਿ ਸਾਡੇ ਘਰ ਦੇ ਦਲਾਨ ਵਿੱਚ ਉਹ ਦਵਾਖੀ 'ਤੇ ਦੀਵਾ ਜਗ ਰਿਹਾ ਔਰ ਇੱਕ ਕੋਨੇ 'ਚ ਚੱਕੀ ਪਈ ਆ, ਅਤੇ ਉਹਦੇ ਨਾਲ ਹੀ ਇੱਕ ਬਰਾਂਡੇ 'ਚ ਮੇਰੀ ਬੀਜੀ ਰੋਟੀਆਂ ਪਕਾ ਰਹੇ ਆ। ਇਹ ਮੇਰੇ ਜਦੋਂ ਮੈਂ ਯਾਦ ਕਰਦਾ, ਅਤੇ ਜਾਂ ਕੜਵੰਜੀਆਂ ਅਤੇ 2 ਘੜੇ ਪਏ ਆ। ਸੋ ਇਹ ਮੇਰੀ ਬਚਪਨ ਦੀ ਪਹਿਲੀ, ਜਦੋਂ ਮੈਂ ਯਾਦ ਕਰਦਾ ਕਿ ਬਚਪਨ ਮੇਰਾ ਕਿਸ ਤਰ੍ਹਾਂ ਸੀ। ਸੋ ਉਸ ਪਿੰਡ ਦਾ ਮੈਨੂੰ ਬਹੁਤ, ਸਮਝ ਲਓ ਕਿ ਸ਼ਾਇਦ ਹਰ ਪਿੰਡ ਦਾ ਹੀ ਜਿਹੜਾ ਉੱਥੇ ਜਨਮ ਲੈਂਦਾ ਉਹਨੂੰ ਬਹੁਤ ਯੋਗਦਾਨ ਹੁੰਦਾ। ਅਤੇ ਮੈਂ ਵੀ ਜਦੋਂ ਯਾਦ ਕਰਦਾ ਅਤੇ ਮੈਂ ਉਸ ਪਿੰਡ ਦੇ ਵਿੱਚ ਉਸ ਖੂਹ ਵਗਦੇ ਖੂਹਾਂ ਨੂੰ ਯਾਦ ਕਰਦਾ। ਮੇਰੇ ਸਭ ਤੋਂ ਜਿਹੜੀ
ਜਾਣੀ ਕਾਵਿਕ ਬਿੰਬ ਹੁੰਦਾ ਸੀ ਮੇਰੇ ਖਿਆਲਾਂ 'ਚ, ਉਹ ਵਗਦੇ ਖੂਹ ਦਾ ਹੁੰਦਾ ਸੀਗਾ। ਤੇ ਬਾਕੀ ਪਿੰਡ ਦਾ ਜੋ ਸੰਗੀਤ, ਕੁਦਰਤੀ ਸੰਗੀਤ ਕੇ ਕੀਰਤਨ, ਕਦੀ ਢਾਡੀ, ਕਦੀ ਰਾਸ ਧਾਰੀਏ, ਕਦੀ ਇਕਤਾਰੇ ਵਾਲੇ, ਅਲਗੋਜ਼ਿਆਂ ਵਾਲੇ, ਗਮੰਤਰੀ, ਚਿੱਟੇ ਸ਼ਮਲੇ ਔਰ ਬੋੜਾਂ ਦੇ ਥੱਲੇ ਉਹ ਗਾ ਰਹੇ ਆ। ਤੇ ਇਹ ਮੇਰੇ ਬਚਪਨ ਦੀ, ਮੇਰੇ ਪਿੰਡ ਦੀ ਯਾਦ ਹੈ। ਅਤੇ ਜੇ ਮੈਂ ਯਾਦ ਕਰਦਾ ਵੀ ਖੂਹ ਮੈਨੂੰ, ਮੈਂ ਜਿਵੇਂ ਪਹਿਲਾਂ ਕਿਹਾ ਕਿ ਬਹੁਤ ਮੈਨੂੰ ਕਾਵਿਕ ਤਸਵੀਰ ਲੱਗਦੀ, ਅਤੇ ਬਹੁਤ ਸਾਲਾਂ ਬਾਅਦ ਖੂਹ ਵੀ ਮੇਰੀ ਕਵਿਤਾ 'ਚ ਆਇਆ ਕਿ ਖੂਹ ਗਿੜਦਾ ਹੈ ਦਿਨ ਰਾਤ ਮੀਆਂ, ਟਿੰਡਾਂ ਅੰਧਕਾਰ 'ਚੋਂ ਉੱਭਰਦੀਆਂ, ਟਿੰਡਾਂ 'ਚੋਂ ਘਿਰੇ ਪ੍ਰਭਾਤ ਮੀਆਂ, ਉੱਠੀਆਂ ਸਨ ਭਰੀਆਂ ਛਲਕਦੀਆਂ, ਵਿੱਚ ਪਾੜਛਿਆਂ ਦੇ ਢਲਕਦੀਆਂ, ਫਿਰ ਆਡੋ ਆਡ ਕਿਆਰੇ ਤੱਕ ਆਉਂਦੀ ਹੈ ਧੁਰ ਗਹਿਰਾਈਆਂ ਤੋਂ, ਪਾਤਾਲਾਂ ਦੀ ਸੌਗਾਤ ਮੀਆਂ, ਖੂਹ ਗਿੜਦਾ ਹੈ ਦਿਨ ਰਾਤ। ਵਾਹ ਵਾਹ ਵਾਹ। ਇਹ ਪਾਤਰ ਸਾਹਿਬ ਤੁਸੀਂ ਆਪਣੇ ਬਚਪਨ ਦਾ ਜ਼ਿਕਰ ਕੀਤਾ ਹੈ, ਕਿਉਂਕਿ ਤੁਹਾਡੀਆਂ ਕਈ ਕਵਿਤਾਵਾਂ ਦੇ ਵਿੱਚ ਦੋਨੇ ਪੰਜਾਬਾਂ ਦੀ ਵੰਡ ਦਾ ਜ਼ਿਕਰ ਆਉਂਦਾ ਹੈ। ਜੀ ਜੀ। ਕਿੱਡੇ ਕੁ ਸੌ ਜਦੋਂ ਦੋਨੇ ਪੰਜਾਬ ਆਪਸ ਦੇ ਵਿੱਚ ਵੰਡੇ ਗਏ, ਤੁਹਾਨੂੰ ਕੁਝ ਚੇਤੇ ਹੈ? ਮੈਨੂੰ ਬਹੁਤ ਹੀ ਨਾ ਮਾਤਰ ਜੀ ਯਾਦ ਆ। ਹਾਂਜੀ। ਕਿ ਉਦੋਂ ਮੇਰੀ 2 ਸਾਲ ਹੀ ਮੇਰੀ ਉਮਰ ਸੀ। ਅੱਛਾ। ਅਤੇ ਪਰ ਫਿਰ ਮੇਰੀ ਜਦੋਂ ਮੈਂ ਯਾਦ ਕਰਨ ਤਾਂ ਮੈਨੂੰ ਅਸੀਂ ਗੁਰਦੁਆਰਾ ਸਾਹਿਬ 'ਚ ਇਕੱਤਰ ਹੋਏ ਨੇ ਪਿੰਡ ਦੇ ਸਾਡੇ ਸਾਰੇ ਲੋਕ ਜੀ, ਅਤੇ ਅਸੀਂ ਬੱਚੇ ਹਾਂ, ਅਤੇ ਅਸੀਂ ਉਸ ਚੀਜ਼ ਨੂੰ, ਸਾਨੂੰ ਉਹਦੇ ਖਤਰੇ ਦਾ ਕੋਈ ਅਹਿਸਾਸ ਨਹੀਂ ਆ ਅਜੇ। ਜੀ। ਅਸੀਂ ਉਸ ਨੂੰ ਇੱਕ ਇੱਦਾਂ ਖੇਡ ਵਾਂਗ ਲੈ ਰਹੇ ਹਾਂ। ਅਤੇ ਉਹ ਤਾਂ ਬਹੁਤ ਯਾਨੀ ਸਾਲਾਂ ਬਾਅਦ ਜਦੋਂ ਅਸੀਂ ਕਿਤਾਬਾਂ 'ਚੋਂ ਪੜ੍ਹਿਆ ਜਾਂ ਸਾਡੇ ਕਦੀ ਘਰਦਿਆਂ ਨੇ ਗੱਲ ਕੀਤੀ, ਅਸੀਂ ਉਸ ਦੁਕਾਨ ਤੋਂ ਅਸੀਂ ਪਰਿਚਿਤ ਹੋਏ। ਪਰ ਜਿਹੜੀ ਮੇਰੀ ਯਾਦਾਂ 'ਚ ਜਿਹੜੇ ਆ ਮੇਰੀ, ਉਹ ਬਹੁਤਾ ਕੁਛ ਯਾਦ ਨਹੀਂ ਆ। ਬਸ ਇੱਕ ਉਹ ਹੋਈ ਜਿਹੜੀ ਮੈਂ ਗੁਰਦੁਆਰੇ 'ਚ ਇਕੱਤਰ ਹੋਣ ਦੀ ਗੱਲ ਯਾਦ ਆ। ਪਰ ਜਦੋਂ ਬਾਅਦ 'ਚ ਮੈਂ ਇੱਕ ਕਿਤਾਬ ਪੜ੍ਹੀ ਜਿਸ 'ਚ ਸਾਰੇ ਉੱਥੋਂ ਉੱਜੜ ਕੇ ਆਏ ਅਤੇ ਇੱਥੋਂ ਉੱਜੜ ਕੇ ਗਏ, ਆਪਣੇ ਕਹਾਣੀਆਂ ਦਾ ਬਿਆਨ ਕਰਦੇ ਆ ਜੀ, ਅਤੇ ਉਹਦੇ ਬਾਰੇ ਮੈਂ ਕਵਿਤਾ ਵੀ ਲਿਖੀ। ਮੈਂ ਤੁਹਾਨੂੰ ਇੱਕ ਬੰਦ ਉਹਦਾ ਜੀ ਸੁਣਾਉਣਾ ਚਾਹੁੰਦਾ ਕਿ ਪਹਿਲੀ ਵਾਰੀ ਲਾਲ ਕਿਲ੍ਹੇ 'ਤੇ ਝੁੱਲਿਆ ਜਦੋਂ ਤਿਰੰਗਾ, ਰੁਮਕੀ ਪਾਉਣ ਉਛਲੀਆਂ ਨਦੀਆਂ, ਕੀ ਜਮਨਾ ਕੀ ਗੰਗਾ, ਪਰ ਇੰਨੇ ਨੂੰ ਉੱਡਦੇ ਆਏ ਪੌਣਾ ਵਿੱਚ ਜੈਕਾਰੇ, ਅੱਲਾਹੂ ਅਕਬਰ ਤੇ ਹਰ ਹਰ ਮਹਾਦੇਵ ਦੇ ਨਾਰੇ, ਬੋਲੇ ਸੋ ਨਿਹਾਲ ਦਾ ਬੋਲਾ ਵੀ ਸਭਨਾਂ ਵਿੱਚ ਰਲਿਆ, ਦਇਆ ਧਰਮ ਨੂੰ ਭੁੱਲ ਕੇ ਹਰ ਕੋਈ ਕਾਮ ਕ੍ਰੋਧ ਵਿੱਚ ਜਲਿਆ, ਔਰ ਰੁਦਨ ਹਜ਼ਾਰਾਂ ਨਾਰਾਂ ਦੇ ਤੇ ਮਰਦਾਂ ਦੇ ਲਲਕਾਰੇ, ਕੁੱਖਾਂ ਵਿੱਚ ਡਬੋ ਕੇ ਜਿਨ੍ਹਾਂ ਤਪਦੇ ਖੰਜਰ ਠਾਰੇ। ਔਰ ਇੱਥੇ ਫਿਰ 5 ਦਰਿਆਵਾਂ ਦਾ ਜ਼ਿਕਰ ਆਉਂਦਾ ਕਿ ਸਤਲੁਜ ਨੂੰ ਕੁਛ ਸਮਝ ਨਾ ਆਵੇ, ਜਸ਼ਨਾਂ ਵਿੱਚ ਕਿੰਝ ਰੋਵੇ, ਨਾ ਵੀ ਰੋਵੇ ਤਾਂ ਲਹਿਰਾਂ ਵਿੱਚ ਲਾਸ਼ਾਂ ਕਿਵੇਂ ਲਕੋਵੇ, ਔਰ ਸੁਣਿਆ ਸੀ ਪਾਣੀ ਨੂੰ ਕੋਈ ਖੰਜਰ ਚੀਰ ਨਹੀਂ ਸਕਿਆ, ਪਰ ਰਾਵੀ 2 ਟੁਕੜੇ ਹੋਈ ਅਸੀਂ ਤੇ ਅੱਖੀਂ ਤੱਕਿਆ, ਕਹੇ ਬਿਆਸਾ ਮੈਂ ਬੇਆਸਾ, ਮੈਂ ਕੀ ਧੀਰ ਧਰਾਵਾਂ, ਇਹ ਰਤ ਰੰਗੇ ਆਪਣੇ ਪਾਣੀ ਕਿੱਥੇ ਧੋਵਣ ਜਾਵਾਂ। ਔਰ ਫਿਰ ਜ਼ਿਕਰ ਹੁੰਦਾ ਝਨਾਹ ਦਾ ਕਿ ਨਾਲ ਨਮੋਸ਼ੀ ਪਾਣੀ ਪਾਣੀ ਹੋਏ ਝਨਾਹ ਦੇ ਪਾਣੀ, ਨਫ਼ਰਤ ਦੇ ਵਿੱਚ ਡੁੱਬ ਕੇ ਮਰ ਗਈ ਹਰ ਇੱਕ ਪ੍ਰੀਤ ਕਹਾਣੀ। ਔਰ ਫਿਰ ਜੇਲਮ ਦਾ ਜ਼ਿਕਰ ਹੈ ਕਿ ਜੇਲਮ ਕਹਿੰਦਾ ਚੁੱਪ ਭਰਾਵੋ ਪਾਣੀ ਦਾ ਕੀ ਰੋਣਾ, ਜੇਲਮ ਕਹਿੰਦਾ ਚੁੱਪ ਭਰਾਵੋ ਪਾਣੀ ਦਾ ਕੀ ਰੋਣਾ, ਕਿਸ ਤੱਕਣਾ ਪਾਣੀ ਦਾ ਹੰਝੂ ਪਾਣੀ ਵਿੱਚ ਸਮਣ। ਵਾਹ ਵਾਹ। ਤੋ ਇੱਕ ਲੰਬੀ ਕਵਿਤਾ ਦਾ ਹਿੱਸਾ ਇਹ ਸੀ ਜੀ। ਪਾਤਰ ਸਾਹਿਬ, ਜਿਹੜਾ ਸ਼ਬਦਾਂ ਦੇ ਵਿੱਚ ਪੰਜਾਬ ਦੀ ਦੋਨਾਂ ਦੀ ਵੰਡ ਦਾ ਤੁਸੀਂ ਜ਼ਿਕਰ ਕੀਤਾ ਹੈ, ਜੀ ਜੀ, ਕਿਉਂਕਿ ਪੰਜਾਬੀ ਪ੍ਰਤੀ, ਮਾਂ ਬੋਲੀ ਪ੍ਰਤੀ, ਸਾਹਿਤ ਪ੍ਰਤੀ ਤੁਹਾਡੇ ਰੋਮ ਦੇ ਵਿੱਚ ਐਂ ਵਸਿਆ ਪਿਆ ਕਿ ਜਦੋਂ ਤੁਸੀਂ ਬੋਲਦੇ ਹੋ ਤੇ ਵਿੱਚੋਂ ਝਲਕ ਦੂਰੋਂ ਨਜ਼ਰ ਆਉਂਦੀ ਹੈ। ਕਦੋਂ ਤੋਂ ਰੁਚੀ ਤੁਹਾਡੀ ਪੈਦਾ ਹੋਈ ਉਧਰਲੇ ਪਾਸੇ? ਛੋਟੇ ਹੁੰਦੇ ਆ ਕੁਲਦੀਪ ਸਿੰਘ, ਮੇਰੇ ਯਾਨੀ ਬਚਪਨ 'ਚ ਮੇਰੀ ਇਹੋ ਰੀਸ ਸੀ ਕਿ ਮੈਂ ਬਚਪਨ ਤੋਂ ਹੀ ਸ਼ਬਦ ਅਤੇ ਸੰਗੀਤ ਜੁੜੇ ਹੋਏ ਸੁਣੇ ਜੀ। ਕਿ ਪੜ੍ਹਨ ਤਾਂ ਬਾਅਦ 'ਚ ਲੱਗੇ, ਪਹਿਲਾਂ ਜੇ ਤਾਂ ਰਾਗੀਆਂ ਦੀ ਆਵਾਜ਼ 'ਚ, ਢਾਡੀਆਂ ਦੀ ਆਵਾਜ਼ 'ਚ, ਗਮੰਤਰੀਆਂ ਦੀ ਆਵਾਜ਼ 'ਚ ਹਮੇਸ਼ਾ ਸ਼ਬਦ ਅਤੇ ਸੁਰ ਰਲੇ ਹੋਏ ਹੁੰਦੇ ਸੀ ਜੀ। ਤੋ ਮੇਰੇ ਮਨ 'ਚ ਵੀ ਬਹੁਤ ਬਚਪਨ 'ਚ ਰੀਝ ਪੈਦਾ ਹੋਈ ਕਿ ਮੈਂ ਜਾਂ ਤਾਂ ਮੈਂ ਸੰਗੀਤਕਾਰ ਬਣਾ, ਮੇਰੇ ਕੋਲ ਸਾਜ਼ ਹੋਣ, ਜਾਂ ਮੈਂ ਕਵੀ ਬਣਾ। ਵਾਹ। ਤੋ ਇਹ ਬਹੁਤ ਯਾਨੀ 4th 5ਵੀਂ
ਜੇ ਮੇਰੇ ਮਨ 'ਚ ਇਹੋ ਇੱਛਾਵਾਂ ਸੀ ਤਾਂ ਮੈਂ ਤੁਕਬੰਦੀ ਕਰਨ ਵੀ ਲੱਗ ਪਿਆ, ਲੇਕਿਨ ਉਹ ਤੁਕਬੰਦੀ ਹੀ ਸੀ, ਉਹ 'ਚ ਅਜੇ ਲਫ਼ਜ਼ਾਂ ਦੇ ਨਾਲ ਅਹਿਸਾਸਾਂ ਦਾ ਰਿਸ਼ਤਾ ਨਹੀਂ ਸੀ ਸ਼ੁਰੂ ਹੋਇਆ। ਲੇਕਿਨ ਇਹ ਕਿ ਮੈਨੂੰ ਕਵਿਤਾ ਦੀ ਪਿਆਸ ਬਹੁਤ ਸੀ। ਮੈਂ ਜਦੋਂ ਮੇਰੇ ਘਰ ਜਿੰਨੀਆਂ ਕਿਤਾਬਾਂ ਸੀ ਉਹ ਬਹੁਤ ਜਲਦੀ ਮੁੱਕ ਗਈਆਂ, ਕਿ ਧਾਰਮਿਕ ਕਿਤਾਬਾਂ ਸੀ ਪਿਤਾ ਜੀ ਨੇ ਜਿਹੜੇ ਰੱਖੀਆਂ ਸੀ ਉਹ ਮੈਂ ਪੜ੍ਹ ਲਈਆਂ, ਜੋ ਸਕੂਲ ਦੀਆਂ ਸੀ ਉਹ ਵੀ ਪੜ੍ਹ ਲਈਆਂ। ਤੋ ਜਦੋਂ ਮੈਂ ਕਾਲਜ 'ਚ ਗਿਆ ਫਿਰ ਮੈਂ ਕਵਿਤਾ ਦੀ ਜਿਸ ਤਰ੍ਹਾਂ ਜਿਹੜੀ ਮੇਰੀ ਇਤਿਹਾਸ ਸੀ ਉਹਨੂੰ ਮੈਂ ਪੂਰੀ ਕਰਨ ਲਈ ਬਹੁਤ ਕਿਤਾਬਾਂ ਮੈਂ ਕਾਲਜ ਲਾਇਬ੍ਰੇਰੀ 'ਚੋਂ ਪੜ੍ਹੀਆਂ। ਤੋ ਉਹ ਮੇਰੇ ਖਿਆਲ 'ਚ ਸਾਰਾ ਜਿਹੜਾ ਉਹ ਸਾਰਾ ਪੜ੍ਹਿਆ ਹੋਇਆ ਸੁਣਿਆ ਹੋਇਆ ਉਹ ਮੇਰੇ ਵਜੂਦ ਵਿੱਚ ਸ਼ਾਮਲ ਹੋਇਆ। ਸੋ ਇੱਕ ਤਰ੍ਹਾਂ ਬਹੁਤ ਮੈਂ ਸਮਝਦਾ ਕਿ ਉਹਨਾਂ ਪਿੰਡ ਦੀਆਂ ਫਿਜ਼ਾਵਾਂ ਵਿੱਚ ਹੀ ਕੁਛ ਸੀ ਕਿ ਜੋ ਮੇਰੀਆਂ ਕਵਿਤਾਵਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਬਾਕੀ ਹੁੰਦਾ ਕਿ ਤੁਹਾਡੇ ਵੱਲੋਂ ਕੁਛ ਕੁਦਰਤੀ ਇਹ ਗੱਲ ਹੁੰਦੀ ਆ, ਬਾਕੀ ਕੁਛ ਮੇਰੇ ਘਰ ਦਾ ਮਾਹੌਲ ਸੀ। ਮੇਰੇ ਪਿਤਾ ਜੀ ਬਹੁਤ ਗੁਰਬਾਣੀ ਦੇ ਕੀਰਤਨ ਦੇ ਰੰਗ 'ਚ ਰੰਗੇ ਹੋਏ ਸੀ। ਮੇਰੇ ਚਾਚਾ ਜੀ ਦਾ ਬੇਟਾ ਦੀਦਾਰ ਸਿੰਘ ਪਰਦੇਸੀ, ਜਿਹੜਾ ਬਹੁਤ ਮਸ਼ਹੂਰ ਗਾਇਕ ਬਾਅਦ ਵਿੱਚ ਈਸਟ ਅਫਰੀਕਾ ਔਰ ਇੰਗਲੈਂਡ 'ਚ ਹੋਇਆ। ਸੋ ਉਹ ਘਰ ਦੇ ਮਾਹੌਲ 'ਚ ਵੀ ਬਹੁਤ ਕੁਛ ਐਸਾ ਸੀ। ਵਾਹ ਜੀ ਵਾਹ। ਕਦੋਂ ਤੋਂ ਲਿਖਣਾ ਸ਼ੁਰੂ ਕੀਤਾ? ਕਾਲਜ ਜਾਣ ਤੋਂ ਬਾਅਦ ਫਿਰ ਲਿਖਣ ਦੀ ਰੁਚੀ ਬਣੀ ਜਾਂ ਬਾਅਦ ਦੇ ਵਿੱਚ ਤੁਹਾਡੇ ਮਨ ਦੇ ਵਿੱਚ? ਮੈਂ ਅਕਸਰ ਕਹਿਣਾ ਹੁੰਦਾ ਕਿ ਮੈਂ ਜਿਹੜਾ ਬਹੁਤ ਛੋਟੀ ਉਮਰ 'ਚ ਮੈਂ ਖੂਹ ਦਾ ਇਮੇਜ ਫਿਰ ਆ ਰਿਹਾ ਕਿ ਮੈਂ ਖੂਹ ਪੁੱਟਣਾ ਸ਼ੁਰੂ ਕਰਤਾ। ਅਤੇ ਪਹਿਲਾਂ ਤਾਂ ਮਿੱਟੀ ਆਉਂਦੀ ਸੀ, ਫਿਰ ਮੈਂ ਉਸ ਜਿਹੜੀ ਮੈਟਾਫਰ 'ਚ ਮੈਂ ਕਹਿੰਦਾ ਕਿ ਫਿਰ ਬਹੁਤ ਦੇਰ ਬਾਅਦ ਮਿਲ ਗਿਆ ਕਿ ਹੁਣ ਮੇਰੇ ਖੂਹ 'ਚੋਂ ਪਾਣੀ ਆ ਗਿਆ। ਤੋ ਮੈਂ ਸੋ ਕਾਲਜ ਜਾ ਕੇ ਮੈਨੂੰ ਜਦੋਂ ਮੈਂ 12ਵੀਂ 'ਚ ਹੋਇਆ ਅਤੇ ਉਦੋਂ ਪਹਿਲੀ ਵਾਰ ਮੈਨੂੰ ਲੱਗਾ ਕਿ ਮੈਂ ਇਹ ਜੋ ਲਿਖਿਆ ਇਹੋ ਕਵਿਤਾ, ਅਤੇ ਉਹ ਤੋਂ ਬਾਅਦ ਹੀ ਫਿਰ ਮੇਰੀਆਂ ਕਵਿਤਾਵਾਂ ਪ੍ਰੀਤ ਲੜੀ ਵਿੱਚ ਛਪੀਆਂ। ਉਦੋਂ ਮੈਂ 19-20 ਸਾਲ ਦਾ ਮੇਰੀ ਉਮਰ ਸੀ, ਅਤੇ ਨਵਤੇਜ ਸਿੰਘ ਹੋਣੀ ਉਦੋਂ ਉਹਦੇ ਕਵਿਤਾ ਦੇ ਇੰਚਾਰਜ ਸੀ, ਗੁਰਬਖਸ਼ ਸਿੰਘ ਹੋਣੀ ਵੀ ਅਜੇ ਜੀਵਤ ਸੀਗੇ। ਅਤੇ ਸੋ ਮੈਂ ਉਸ ਦਿਨ ਨੂੰ ਆਪਣਾ ਆਰੰਭ ਮੰਨਦਾ ਜਦੋਂ ਉਹ 1964 ਦੇ ਵਿੱਚ ਮੇਰੀਆਂ ਪਹਿਲੀਆਂ ਕਵਿਤਾਵਾਂ ਪ੍ਰੀਤ ਲੜੀ ਦੇ ਇੱਕ ਪੂਰੇ ਪੰਨੇ 'ਤੇ ਨਵਤੇਜ ਹੋਣਾ ਛਾਪੀਆਂ। ਅਤੇ ਉਸ ਦਿਨ ਨੂੰ ਮੈਂ ਆਪਣੀ ਸਮਝਦਾ ਕਿ ਮੇਰੇ ਕਵੀ ਦੇ ਤੌਰ 'ਤੇ ਮੇਰੇ ਸਫ਼ਰ ਦੀ ਇੱਕ ਯਾਤਰਾ ਸਮਝ ਲਓ ਕਿ ਇਸ ਤਰ੍ਹਾਂ ਯਾਤਰਾ ਕਿ ਮੈਂ ਛਪਣਾ ਸ਼ੁਰੂ ਹੋਇਆ, ਉਹ ਸ਼ੁਰੂ ਹੋਈ। ਡਾਕਟਰ ਸਾਹਿਬ, ਅਸਲ ਦੇ ਵਿੱਚ ਜਦੋਂ ਕਿਸੇ ਵਿਅਕਤੀ ਨੂੰ ਮਾਂ ਦੀ ਗੋਦ ਦਾ ਨਿੱਘ ਅਤੇ ਪਿਆਰ ਮਿਲਦਾ ਹੈ ਨਾ, ਉਹ ਵਿਅਕਤੀ ਕਦੇ ਉਸ ਪਿਆਰ ਨੂੰ ਭੁਲਾ ਨਹੀਂ ਸਕਦਾ। ਤੁਹਾਨੂੰ ਆਮ ਕਰਕੇ ਜਿਹੜਾ ਕਵੀ ਹੈ ਜਾਂ ਕੋਈ ਲਿਖਾਰੀ ਹੈ ਉਹ ਇਹ ਕਹਿੰਦਾ ਕਿ ਮੇਰੀ ਮਾਂ ਬੋਲੀ ਹੈ। ਇਸ ਮਾਂ ਬੋਲੀ ਨੂੰ ਤੁਸੀਂ ਮਾਂ ਨਾਲੋਂ ਵੱਧ ਪਿਆਰ ਕੀਤਾ ਔਰ ਉਹਨੂੰ ਉਹਦਾ ਨਿੱਘ ਮਾਣਿਆ ਤੁਸੀਂ। ਤੁਹਾਨੂੰ ਲੱਗਦਾ ਨਹੀਂ ਕਿ ਉਸ ਮਾਂ ਨੇ ਤੁਹਾਨੂੰ ਉਸ ਸਿਖਰ ਤੱਕ ਪਹੁੰਚਾ ਦਿੱਤਾ? ਕਦੇ ਸੋਚਿਆ ਸੀ ਵੀ ਇੱਥੇ ਤੱਕ ਪਹੁੰਚ ਜਾਊਂਗੇ? ਬਹੁਤ ਸੋਹਣੀ ਗੱਲ ਕੁਲਦੀਪ ਸਿੰਘ ਤੁਸੀਂ, ਕਿ ਮੈਂ ਜਦੋਂ ਤੁਸੀਂ ਮਾਂ ਲਫ਼ਜ਼ ਜਾਂ ਮਾਂ ਬੋਲੀ ਲਫ਼ਜ਼ ਦਾ ਇਸਤੇਮਾਲ ਕੀਤਾ ਤਾਂ ਮੈਂ ਉਹਨੂੰ ਇਹਦਾ ਮਹਿਸੂਸ ਕਰਦਾ ਕਿ ਇਹੋ ਜਿਹਨੂੰ ਅਸੀਂ ਮਾਂ ਬੋਲੀ ਕਹਿੰਦੇ ਹਾਂ, ਉਹ ਸਭ ਤੋਂ ਪਹਿਲਾਂ ਸਾਡੀਆਂ ਮਾਵਾਂ ਕੋਲੋਂ ਸਾਡੇ ਯਾਨੀ ਹਿਰਦਿਆਂ ਤੱਕ ਇੱਕ ਧੜਕਣ ਰਾਹੀਂ ਹੀ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ। ਤੋ ਜਿਹੜਾ ਮੇਰਾ ਜਾਣੀ ਜਦੋਂ ਕਈ ਲੋਕ ਕਹਿੰਦੇ ਕਿ ਅਸੀਂ ਮਾਂ ਬੋਲੀ ਦੀ ਬਹੁਤ ਸੇਵਾ ਕਰ ਰਹੇ ਹਾਂ, ਤਾਂ ਮੈਨੂੰ ਲੱਗਦਾ ਵੀ ਇਹ ਤਾਂ ਮੈਨੂੰ ਇਸ ਗੱਲ 'ਤੇ ਤਾਂ ਮੈਨੂੰ ਆਉਂਦਾ ਕਿ ਵੀ ਹਾਸੇ ਵਾਲੀ ਗੱਲ ਹੈ। ਮਾਂ ਬੋਲੀ ਦੀ ਅਸੀਂ ਕੋਈ ਸੇਵਾ ਨਹੀਂ ਕਰ ਰਹੇ, ਅਸੀਂ ਤਾਂ ਮਾਂ ਬੋਲੀ ਦੀ ਛਾਵੇਂ ਬੈਠੇ ਹਾਂ ਔਰ ਮਾਂ ਬੋਲੀ ਦੇ ਸਦਕਾ ਹੀ ਅਸੀਂ ਕੁਛ ਲਿਖ ਰਹੇ ਹਾਂ। ਕਿ ਜੇ ਮਾਂ ਬੋਲੀ ਜੇ ਸਾਡੇ ਕੋਲ ਉਹ ਸਾਰੀ ਪਰੰਪਰਾ ਨਾ ਹੁੰਦੀ, ਜਿਹਨੂੰ ਅਸੀਂ ਕਹਿੰਦੇ ਕਿ ਜਿਵੇਂ ਸਾਡੇ 5 ਦਰਿਆ ਸੀ, ਇਹਦੇ ਸਾਡੇ ਕੋਲ 5 ਧਾਰਾਵਾਂ ਸੀ ਸਾਹਿਤ ਦੀਆਂ, ਜਿਹਦੇ ਵਿੱਚ ਗੁਰਬਾਣੀ ਸੀ, ਸੂਫੀ ਕਲਾਮ, ਕਿੱਸਾ ਕਾਵਿ, ਵੀਰ ਕਾਵਿ ਔਰ ਸਾਡੇ ਲੋਕ ਗੀਤ, ਕਿ ਉਹ 5 ਧਾਰਾਵਾਂ ਸਾਡੇ ਤੱਕ ਆਈਆਂ ਤੋ ਅਸੀਂ ਉਹ ਸਾਡੇ ਵਜੂਦ 'ਚ ਰਲੀਆਂ ਤਾਂ ਅਸੀਂ ਕੁਛ ਕਹਿਣ ਜੋਗੇ ਹੋਏ ਔਰ ਉਸ ਕਹਿਣ ਸਦਕਾ ਸਾਨੂੰ ਮਾਣ ਮਿਲਿਆ, ਪਿਆਰ ਮਿਲਿਆ। ਤੋ ਉਹ ਮੈਂ ਸਮਝਦਾ ਕਿ ਉਹ ਅਸੀਂ ਤਾਂ ਦੇਣਦਾਰ ਹਾਂ ਉਹਨਾਂ ਧਾਰਾਵਾਂ ਦੇ ਔਰ ਪੰਜਾਬੀ
ਆਪਣੀ ਮਾਂ ਬੋਲੀ ਦੇ, ਅਸੀਂ ਸਮਝ ਲਓ ਕਿ ਉਹਦੀ ਬਖਸ਼ਿਸ਼, ਉਹਦੀ ਮਿਹਰ, ਉਹਦੇ ਖਜ਼ਾਨਿਆਂ ਕਰਕੇ ਹੀ ਸਾਨੂੰ ਮਾਣ ਮਿਲ ਰਿਹਾ। ਵਾਹ ਜੀ ਵਾਹ। ਤੁਹਾਡੇ ਪਾਤਰ ਸਾਹਿਬ ਨਾਮ ਦੇ ਨਾਲ ਅਖੀਰ ਦੇ ਵਿੱਚ ਪਾਤਰ ਲੱਗਦਾ ਹੈ ਤਖੱਲਸ, ਇਹ ਕਿੱਥੋਂ ਚੁਣਿਆ ਸੀ? ਇਹਦੇ 'ਚ ਦਰਅਸਲ ਮੇਰਾ ਪਿੰਡ ਛੁਪਿਆ ਹੋਇਆ। ਵਾਹ। ਔਰ ਮੈਂ ਪਹਿਲਾਂ ਅਸਲ 'ਚ ਜਦੋਂ ਮੈਂ ਪਹਿਲਾਂ ਕਵਿਤਾਵਾਂ ਭੇਜੀਆਂ, ਉਹੀ ਫਿਰ ਪ੍ਰੀਤ ਲੜੀ, ਨਵਤੇਜ ਸਿੰਘ ਹੁਣਾਂ ਨੂੰ, ਅਤੇ ਉਹਨਾਂ ਨੇ ਮੈਨੂੰ ਲਿਖਿਆ ਕਿ ਪਹਿਲਾਂ ਖੈਰ ਦੋ ਵਾਰੀ ਮੇਰੀਆਂ ਕਵਿਤਾਵਾਂ ਮੁੜ ਕੇ ਵੀ ਆਈਆਂ। ਨਵਤੇਜ ਦਾ ਮੈਂ ਗੱਲ ਆਉਂਦਾ ਸੀ ਕਿ ਅਸੀਂ ਛਾਪਣ ਦੀ ਖੁਸ਼ੀ ਨਹੀਂ ਲੈ ਸਕਾਂਗੇ। ਉਦੋਂ ਮੈਂ ਸ਼ਾਇਦ ਅਜੇ ਨਹੀਂ ਸੀ ਮੇਰੇ 'ਚ ਪਰਿਪੱਕਤਾ ਆਈ, ਪਰ ਜਦੋਂ ਫਿਰ ਇੱਕ ਵਾਰੀ ਮੈਂ ਭੇਜਿਆ ਤਾਂ ਮੈਨੂੰ ਕਹਿਣ ਲੱਗੇ ਕਿ ਤੇਰੀਆਂ ਕਵਿਤਾਵਾਂ ਤਾਂ ਮੈਨੂੰ ਬਹੁਤ ਚੰਗੀਆਂ ਲੱਗੀਆਂ, ਪਰ ਤੇਰਾ ਨਾਮ ਨਹੀਂ ਮੈਨੂੰ ਚੰਗਾ ਲੱਗਦਾ। ਨਾਮ ਤੋਂ ਮਤਲਬ ਸੀ ਵੀ ਉਹਨਾਂ ਤਖੱਲਸ ਹੋਣਾ ਕਿ ਜਿਵੇਂ ਪੱਤੜ ਸ਼ਬਦ ਉਹਨਾਂ ਨੂੰ ਬੜਾ ਥੋੜ੍ਹਾ ਜਿਹਾ ਅਣਸੰਗੀਤਕ ਲੱਗਿਆ, ਜਾਂ ਥੋੜ੍ਹਾ ਅੱਖੜ ਜਿਹਾ ਲੱਗਿਆ। ਮੈਂ ਉਹਨਾਂ ਨੂੰ ਕਿਹਾ ਵੀ ਚਲੋ ਠੀਕ ਹੈ, ਮੈਂ ਆਪਣਾ ਨਾਮ ਬਦਲਦਾ ਜਾਂ ਮੈਂ ਕੁਛ 'ਚ। ਤਾਂ ਮੇਰੇ ਅਧਿਆਪਕ ਸੁਰਜੀਤ ਸਿੰਘ ਸੇਠੀ ਸੀਗੇ ਜੀ, ਬਹੁਤ ਮਸ਼ਹੂਰ ਨਾਟਕਕਾਰ, ਅਤੇ ਮੈਨੂੰ ਬਹੁਤ ਪਿਆਰ ਕਰਦੇ ਸੀ। ਮੈਂ ਉਹਨਾਂ ਨੂੰ ਕਿਹਾ ਜੀ ਮੈਂ ਆਪਣਾ ਤਖੱਲਸ ਰੱਖਣਾ, ਅਤੇ ਮੈਂ ਆਪਣੇ 2-3 ਨਾਮ ਰੱਖੇ ਵੀ। ਮੈਂ ਆਪਣਾ ਨਵ ਸੁਰਜੀਤ ਕੁਛ ਚਲੀ ਰੱਖਿਆ, ਕੁਛ ਦੇ ਲਈ ਮੈਂ ਸੁਰਜੀਤਮ ਵੀ ਰੱਖਿਆ। ਪਰ ਸੇਠੀ ਕਹਿਣ ਲੱਗੇ ਨਹੀਂ, ਤੇਰਾ ਨਾਮ ਤਾਂ ਉਹੀ ਹੋਊਗਾ, ਤੇਰਾ ਨਾਮ ਪੱਤੜ, ਬਹੁਤ ਅੱਛਾ ਨਾਮ ਆ ਪੱਤੜ। ਉਹ ਜਿਵੇਂ 2 ਰਾਈਟਰਾਂ ਦੇ ਵਿੱਚ ਨਵਤੇਜ ਔਰ ਸੇਠੀ ਦੇ ਵਿਚਕਾਰ ਦੋਹਾਂ 'ਚ ਮੈਂ ਘਿਰ ਗਿਆ ਜੀ। ਅਤੇ ਮੈਂ ਤੇ ਉਹਨੂੰ ਕਿਹਾ ਵੀ ਤੁਸੀਂ ਫਿਲਹਾਲ ਨਾ ਇਸੇ ਨਾਮ 'ਤੇ ਮੇਰੀਆਂ ਛਾਪ ਦਿਓ ਕਵਿਤਾਵਾਂ ਜੀ, ਅਤੇ ਮੈਂ ਤਦ ਤੱਕ ਕੁਛ ਸੋਚ ਲਊਂਗਾ। ਸੋ ਉਹਨਾਂ ਨੇ ਮੇਰੀਆਂ ਕਵਿਤਾਵਾਂ ਛਾਪੀਆਂ, ਪਰ ਉਹ 'ਚ ਮੇਰਾ ਨਾਮ ਉਹਨਾਂ ਨੇ ਵੀ ਪੱਤੜ ਨਹੀਂ ਛਾਪਿਆ, ਉਹਨਾਂ ਨੇ ਪੱਤਣ ਛਾਪਿਆ। ਆਪ ਜਿਵੇਂ ਪੱਤਣ ਕਹਿੰਦੇ ਕਿ ਦਰਿਆ ਦਾ ਪੱਤਣ, ਤੋਂ ਲੱਗਾ ਕਿ ਪੱਤਣ ਬਿਹਤਰ ਹੈ। ਪਰ ਅਜੇ ਮੇਰੇ ਮਨ 'ਚ ਕਸ਼ਮਕਸ਼ ਚੱਲ ਹੀ ਰਹੀ ਸੀਗੀ। ਸੋ ਉਹ ਬਸ ਇੱਕ ਮੌਕਾ ਮੇਲ ਜਾਂ ਸੰਯੋਗ ਹੋਇਆ ਕਿ ਮੈਂ ਆਪਣੀ ਇੱਕ ਪੰਜਾਬੀ ਕਵਿਤਾ ਦਾ ਅੰਗਰੇਜ਼ੀ ਤਰਜਮਾ ਕਰਕੇ ਕਾਲਜ ਮੈਗਜ਼ੀਨ ਵਿੱਚ ਛਪਵਾਇਆ। ਜਦੋਂ ਛਪ ਕੇ ਆਇਆ ਤਾਂ ਮੇਰਾ ਇੱਕ ਦੋਸਤ ਨੇ ਪੜ੍ਹਿਆ, ਤਾਂ ਮੈਨੂੰ ਬਹੁਤ ਮਜ਼ਾਕੀਆ ਸੀਗਾ, ਅਤੇ ਮੇਰੇ ਨਾਲ ਖੇਡਾਂ ਹੀ ਕਰਨ ਲੱਗ ਪਿਆ। ਕਹਿੰਦਾ ਇਹ ਤਾਂ ਪੱਤੜ ਬਣਦਾ ਹੀ ਨਹੀਂ ਤੇਰਾ, ਇਹ ਤਾਂ ਪੈਟਰ ਪਟਾਰ ਪੈਟਰ ਇਸ ਤਰ੍ਹਾਂ ਦੇ ਕੁਛ ਲਫ਼ਜ਼। ਲੇਕਿਨ ਉਹਦੀ ਸਾਊਂਡ 'ਚੋਂ ਮੈਨੂੰ ਇੱਕ ਜਗ੍ਹਾ ਲੱਗਾ ਜਿਵੇਂ ਉਹਨੇ ਪਾਤਰ ਕਿਹਾ ਹੁੰਦਾ ਨਾ। ਅਤੇ ਉਹਨੇ ਤਾਂ ਸ਼ਾਇਦ ਪਾਟਰ ਹੀ ਕਿਹਾ ਹੋਵੇ, ਪਰ ਮੈਨੂੰ ਲੱਗਾ ਕਿ ਨਹੀਂ ਪਈ ਪਾਤਰ ਹੈ। ਸੋ ਇੱਕ ਉਹ ਸੰਯੋਗਵਾਸ਼ੀ ਮੈਂ ਪਾਤਰ ਬਣ ਗਿਆ। ਅਤੇ ਹੁਣ ਮੈਨੂੰ ਇੰਨੀ ਤਸੱਲੀ ਆ ਕਿ ਚਲੋ ਇਹਦੇ ਵਿੱਚ ਮੈਨੂੰ ਯਾਦ ਆਉਂਦਾ ਕਿ ਮੇਰੇ ਪਿੰਡ ਦਾ ਨਾਮ ਆ। ਸੋ ਪਿੰਡ ਮੇਰਾ ਇਹਦੇ ਵਿੱਚ ਰੂਪ ਬਦਲ ਕੇ ਛੁਪਿਆ ਹੋਇਆ। ਵਾਹ ਜੀ ਵਾਹ। ਕਿਉਂਕਿ ਪੱਤਣ ਵੀ ਰਿਹਾ, ਪੱਤੜ ਵੀ ਰਿਹਾ, ਅਤੇ ਬਾਅਦ ਦੇ ਵਿੱਚ ਤੁਸੀਂ ਪਾਤਰ ਬਣ ਗਏ ਜੀ। ਕਿਸ ਗੱਲ ਦੇ ਪਾਤਰ ਬਣੇ? ਪਾਤਰ ਹਮੇਸ਼ਾ ਲੋਚਿਆ ਬਣਨਾ ਤੁਹਾਡੇ ਪਿਆਰ ਦੇ ਪਾਤਰ। ਵਾਹ। ਕਦੀ ਨਾ ਸੋਚਿਆ ਆਪਾਂ ਕਿ ਆਹ ਬਣਦੇ ਜਾਂ ਆਹ ਬਣਦੇ। ਤੁਹਾਡੀਆਂ ਪਾਤਰ ਸਾਹਿਬ ਕਈ ਰਚਨਾਵਾਂ ਜਦੋਂ ਸੁਣੀ ਦੀਆਂ ਨੇ, ਉਹਦੇ ਵਿੱਚ ਤੁਸੀਂ ਸੁਰਜੀਤ ਤੇ ਪਾਤਰ ਨੂੰ ਅਲੱਗ ਕਰਕੇ ਵੇਖਦੇ ਹੋ, ਕੀ ਵੱਖਰੇ? ਉਹ ਮੈਂ ਬਹੁਤ ਜਗ੍ਹਾ ਮੈਂ ਸੁਰਜੀਤ ਤੇ ਪਾਤਰ ਨੂੰ ਇੱਦਾਂ ਜੋੜਿਆ ਜੀ। ਇੱਕ ਜਗ੍ਹਾ ਮੈਂ ਕਿਤੇ ਬੋਲ ਰਿਹਾ ਸੀਗਾ ਆਪਣੀ ਬਾਰੇ, ਅਤੇ ਮੇਰੇ ਵੱਲ ਸ਼ੇਅਰ ਆਇਆ ਵੀ ਬਚਪਨ ਅਤੇ ਜਵਾਨੀ ਦੇ ਕੁਝ ਕਿੱਸੇ ਫੋਲਣ ਦੇ, ਪਾਤਰ ਹੁਣ ਤੂੰ ਚੁੱਪ ਕਰ, ਕੋਈ ਸੁਰਜੀਤ ਨੂੰ ਬੋਲਣ ਦੇ। ਤੋ ਸੁਰਜੀਤ ਸੀ ਕਿ ਸੁਰਜੀਤ ਮੇਰੇ ਬਚਪਨ ਦਾ ਨਾਂ ਸੀ। ਮੇਰੀਆਂ ਭੈਣਾਂ ਵੱਡੀਆਂ ਮੈਨੂੰ ਸੁਰਜੀਤ ਹੀ ਕਹਿੰਦੀਆਂ, ਮੇਰੇ ਬੀਜੀ ਮੈਨੂੰ ਸੁਰਜੀਤ ਕਹਿੰਦੇ ਸੀ, ਮੇਰੇ ਜਿਹੜੇ ਮੇਰੇ ਤੋਂ ਵੱਡੇ ਦੋਸਤ ਉਹ ਵੀ ਸੁਰਜੀਤ ਕਹਿ ਕੇ ਹੀ ਬੁਲਾਉਂਦੇ ਆ। ਸੋ ਉੱਥੇ ਮੈਨੂੰ ਇਸ ਤਰ੍ਹਾਂ ਨਾਲ ਇਹੋ ਮੇਰੇ ਮਨ 'ਚ ਸੁਰਜੀਤ ਅਤੇ ਪਾਤਰ ਦਾ ਇੱਕ ਨਿਖੇੜਾ ਇਸ ਤਰ੍ਹਾਂ ਆਇਆ। ਸੋ ਇੱਕ ਵਾਰ ਬਾਅਦ 'ਚ ਮੈਂ ਲਿਖਿਆ ਕਿ ਇਸ ਵਾਰ ਪਿੰਡ ਗਿਆ ਤਾਂ ਕਿੱਧਰੇ ਨਾ ਮਿਲੀਆਂ ਮੈਨੂੰ ਉਹ ਠੰਡੀਆਂ ਮਿੱਠੀਆਂ ਛਾਵਾਂ, ਨਾ ਉਹ ਛਾਵੇਂ ਬਹਿਣ ਵਾਲੇ। ਅਤੇ ਉਹ 'ਚ ਇੱਕ ਸ਼ੇਰ ਲਿਖਿਆ ਸੀ ਕਿ ਚਿੰਤਾ ਨਾ ਕਰ ਹੈ ਪਾਤਰ, ਹਾਲੇ ਨਹੀਂ ਤੂੰ ਜਾਂਦਾ, ਜਿਉਂਦੇ ਨੇ ਹਾਲੇ ਤੈਨੂੰ ਸੁਰਜੀਤ ਕਹਿਣ ਵਾਲੇ। ਅਤੇ ਉਸ ਪਿੰਡ 'ਚ ਮੈਨੂੰ ਸੁਰਜੀਤ ਕਹਿ ਕੇ ਬੁਲਾਉਂਦੇ ਸੀ। ਮੈਨੂੰ ਲੱਗਿਆ ਵੀ ਜਦ ਤੱਕ ਸੁਰਜੀਤ ਕਹਿਣ ਵਾਲੇ ਜ਼ਿੰਦਾ ਨੇ, ਅਤੇ ਉਹਦਾ ਮਤਲਬ ਵੀ ਉਹ ਮੈਨੂੰ ਵੱਡੇ ਵੀ ਨੇ, ਉਹ ਜ਼ਿੰਦਾ ਨੇ। ਜਾਂ ਇਹ ਸੀ ਕਿ ਸੁਰਜੀਤ ਲਫ਼ਜ਼ ਦਾ ਮਤਲਬ ਵੀ ਜੀਣਾ, ਕਿ ਜਿਉਂਦੇ ਨੇ ਹਾਲੇ ਤੈਨੂੰ ਸੁਰਜੀਤ ਕਹਿਣ ਵਾਲੇ। ਤੋ ਇੱਕ ਫਿਰ ਬਹੁਤ ਬਾਅਦ ਜਾ ਕੇ ਇੱਕ ਸ਼ੇਰ ਆਇਆ ਜਿੱਥੇ ਮੈਂ ਇਹਨੂੰ ਇੱਕ ਵੱਖਰੀ ਤਰ੍ਹਾਂ ਯੂਜ਼ ਕੀਤਾ, ਕਿ ਉਹ 'ਚ ਮੇਰੀ ਗਜ਼ਲ ਹੈ ਕਿ ਕੀ ਹੈ ਤੇਰੇ ਸ਼ਹਿਰ ਵਿੱਚ ਮਸ਼ਹੂਰ ਹਾਂ, ਜੇ ਨਜ਼ਰ ਤੇਰੀ 'ਚ ਨਾ ਮਨਜ਼ੂਰ ਹਾਂ।
ਵਾਹ ਤੋ ਇੱਕ ਸ਼ੇਰ ਸੀ ਕਿ ਮੇਰੇ ਸੀਨੇ ਵਿੱਚ ਹੀ ਹੈ ਸੂਲੀ ਮੇਰੀ, ਮੈਂ ਵੀ ਆਪਣੀ ਕਿਸਮ ਦਾ ਮਨਸੂਰ ਹਾਂ, ਵਾਹ ਔਰ ਜ਼ਹਿਰ ਮੇਰਾ ਪੀ ਕੇ ਨੀਲੇ ਹੋ ਗਏ, ਕਾਗਜ਼ਾਂ ਦਾ ਮੈਂ ਬਹੁਤ ਮਸ਼ਕੂਰ ਹਾਂ। ਤੋ ਉਹ 'ਚ ਮੈਂ ਅਖੀਰ 'ਚ ਇੱਕ ਸ਼ੇਰ ਲਿਖਿਆ ਕਿ ਜਿਹਨੂੰ ਅਸੀਂ ਕਹਿੰਦੇ ਮਕਤਾ, ਕਿ ਜੀ ਕੱਲ ਪਾਤਰ ਨੂੰ ਕਿਹਾ ਸੁਰਜੀਤ ਨੇ, ਤੂੰ ਤੇ ਮੈਂ ਵੀ ਇੱਕ ਦੂਏ ਤੋਂ ਦੂਰ ਹਾਂ। ਜੀ ਕਿ ਉਹਦੇ 'ਚ ਇੱਕ ਦੂਰੀ ਕਿ ਆਪਾਂ ਕਈ ਵਾਰ ਸਾਡੀ ਸ਼ਖਸੀਅਤ 'ਚ ਜਦੋਂ ਆਪਾਂ ਕਹਿੰਦੇ ਵੀ ਬਚਪਨ ਸੋਚਦਾ ਤਾਂ ਮੈਂ ਹੁਣ ਸੋਚਦਾ, ਜਾਂ ਕਵਿਤਾ ਅਤੇ ਕਵੀ 'ਚ ਇੱਕ ਅੰਤਰ ਰਹਿ ਜਾਂਦਾ, ਜੀ ਅਤੇ ਮੈਂ ਉਸ ਬਰੀਕ ਅੰਤਰ ਨੂੰ ਸਮਝ ਲਓ ਕਿ ਬਿਆਨ ਕਰਨ ਲਈ ਉਹ ਸ਼ੇਰ ਲਿਖਿਆ। ਤਾਂ ਸਭ ਦਿਲ ਕਰਦਾ ਘੰਟਿਆਂ ਬੱਧੀ ਕਿ ਦਿਨਾਂ ਬੱਧੀ ਤੁਹਾਡੇ ਨਾਲ ਵਿਚਾਰ ਕਰਦੇ ਰਹੀਏ, ਤੁਹਾਡੇ ਤੋਂ ਕੁਝ ਗਿਆਨ ਲੈਂਦੇ ਰਹੀਏ, ਸੁਣਦੇ ਰਹੀਏ। ਆਮ ਕਰਕੇ ਬਹੁਤੀ ਵਾਰੀ ਇਹ ਗੱਲ ਆਖੀ ਜਾਂਦੀ ਹੈ ਕਿ ਪੰਜਾਬੀ ਮਾਂ ਬੋਲੀ ਹੌਲੇ ਹੌਲੇ ਆਉਣ ਵਾਲੇ 50 ਵਰ੍ਹਿਆਂ 'ਚ ਖਤਮ ਹੋ ਜਾਏਗੀ। ਤੁਹਾਨੂੰ ਕਿਹੋ ਜਿਹਾ ਪੰਜਾਬੀ ਮਾਂ ਬੋਲੀ ਦਾ ਭਵਿੱਖ ਲੱਗਦਾ? ਦੇਖੋ, ਇੱਕ ਤਾਂ ਬਿਲਕੁਲ ਇਹੋ ਪੰਜਾਬੀ ਬੋਲੀ ਨੂੰ ਲੈ ਕੇ ਬਹੁਤ ਵਾਰੀ ਇਹ ਜ਼ਿਕਰ ਹੁੰਦੇ ਆ, ਜੀ ਔਰ ਇਹੋ ਖਤਰਾ ਸੱਚਾ ਵੀ ਆ ਜੇ ਅਸੀਂ ਸੁਚੇਤ ਨਾ ਹੋਏ। ਜੀ ਕਿ ਜਿਵੇਂ ਤੁਸੀਂ ਮੈਂ ਸਕੂਲਾਂ 'ਚ ਉੱਥੇ ਦੇਖ ਲਓ ਕਿ ਜਿਹੜੇ ਸਰਕਾਰੀ ਸਕੂਲਾਂ ਦਾ ਤਾਂ ਬਹੁਤ ਬੁਰਾ ਹਾਲ ਆ, ਉੱਥੇ ਸਿਰਫ ਹੁਣ ਸਮਝ ਲਓ ਕਿ ਬਿਹਾਰੀ ਮਜ਼ਦੂਰਾਂ ਦੇ ਬੱਚੇ ਪੜ੍ਹਦੇ ਆ, ਜਾਂ ਗਰੀਬ ਕਿਰਤੀਆਂ ਕਿਸਾਨਾਂ ਦੇ, ਜਿਹੜੇ ਵੀ ਕੋਈ ਸਰਦੇ ਪੁੱਜਦੇ ਮਾਪੇ ਆਪਣੇ ਬੱਚਿਆਂ ਨੂੰ ਉਹ ਦੂਸਰੇ ਸਕੂਲਾਂ 'ਚ ਭੇਜਦੇ ਆ। ਜੀ ਔਰ ਜਿੱਥੇ ਮੈਂ ਲਿਖਿਆ ਸੀ ਕਿ ਸਭ ਕਲ ਕਲ ਕਰਦੀਆਂ ਚਿੜੀਆਂ ਦਾ, ਸਭ ਸਾਂ ਸਾਂ ਕਰਦੇ ਬਿਰਖਾਂ ਦਾ, ਸਭ ਚੀਂ ਚੀਂ ਕਰਦੀਆਂ ਚਿੜੀਆਂ ਦਾ, ਆਪਣਾ ਹੀ ਤਰਾਨਾ ਹੁੰਦਾ ਹੈ। ਪਰ ਸੁਣਿਆ ਹੈ ਇਸ ਧਰਤੀ 'ਤੇ ਇੱਕ ਉਹ ਵੀ ਦੇਸ਼ ਹੈ ਜਿਸ ਅੰਦਰ ਬੱਚੇ ਜੇ ਆਪਣੀ ਮਾਂ ਬੋਲੀ ਬੋਲਣ ਜੁਰਮਾਨਾ ਹੁੰਦਾ ਹੈ। ਵਾਹ ਕਿ ਇੱਕ ਪਾਸੇ ਇਹ ਹਾਲ ਆ ਸਾਡੇ ਪੰਜਾਬ 'ਚ। ਸੋ ਜੇ ਅਸੀਂ ਇਸ ਪੱਖੋਂ ਸੁਚੇਤ ਨਾ ਹੋਏ ਤਾਂ ਇਹ ਭਵਿੱਖਬਾਣੀ ਸੱਚੀ ਵੀ ਹੋ ਸਕਦੀ ਹੈ ਕਿ ਪੰਜਾਬੀ ਹੌਲੀ ਹੌਲੀ ਸਾਡੇ ਚੇਤਿਆਂ 'ਚੋਂ ਵਿਸਰ ਜਾਵੇ। ਸਾਡੇ ਬੱਚੇ ਵੀ, ਸਾਡੀਆਂ ਮਾਵਾਂ ਵੀ ਕਹਿਣ ਵੀ ਚਲੋ ਪੰਜਾਬੀ ਦੀ ਕੋਈ ਗੱਲ ਨਹੀਂ, ਸਾਡੇ ਬੱਚਿਆਂ ਨੂੰ ਅੰਗਰੇਜ਼ੀ ਆਉਣੀ ਚਾਹੀਦੀ ਆ। ਤੋ ਪਰ ਜੇ ਅਸੀਂ ਸੁਚੇਤ ਹੋ ਗਏ ਅਤੇ ਜਿਹੜੇ ਕਿ ਮੈਨੂੰ ਲੱਗਦਾ ਹੋ ਰਹੇ ਹਾਂ ਅਸੀਂ ਇੱਧਰ ਵੀ, ਚਲੋ ਖਾਸ ਕਰਕੇ ਮਾਪਿਆਂ ਦੇ ਮਨਾਂ 'ਚ ਇਹ ਤਾਂਘ ਔਰ ਤੜਪ ਹੈ, ਔਰ ਲਹਿੰਦੇ ਚੜ੍ਹਦੇ ਪੰਜਾਬ 'ਚ ਵੀ ਕਾਫੀ ਲੇਖਕ ਇਸ ਬਾਰੇ ਸੁਚੇਤ ਹੋ ਰਹੇ ਆ, ਮਾਪੇ ਵੀ ਸੁਚੇਤ ਹੋ ਰਹੇ ਆ। ਜੀ ਤੋ ਜੇ ਅਸੀਂ ਸੁਚੇਤ ਹੋ ਜਾਈਏ ਤਾਂ ਸ਼ਾਇਦ ਸਾਡੀ ਮਾਂ ਬੋਲੀ ਹੋਰ ਵੀ ਸ਼ਕਤੀਸ਼ਾਲੀ, ਹੋਰ ਵੀ ਜਿਉਣ ਜੋਗੀ ਹੋ ਜਾਏ। ਲੇਕਿਨ ਜੇ ਅਸੀਂ ਸੁਚੇਤ ਨਾ ਹੋਏ ਤਾਂ ਇਹ ਉਦਾਸ ਪੇਸ਼ੀਨ ਗੋਈ ਸੱਚੀ ਵੀ ਹੋ ਸਕਦੀ ਹੈ। ਤੁਸੀਂ ਪਾਤਰ ਸਾਹਿਬ ਤਰੰਨਮ ਦੇ ਵਿੱਚ ਵੀ ਗਾਇਆ, ਸਿਰਫ 2 ਸਤਰਾਂ ਕੋਈ ਤਰੰਨਮ ਦੇ ਵਿੱਚ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜੀ, ਕੋਈ 2 ਸਤਰਾਂ ਜੀ ਚਲੋ, ਮੈਨੂੰ ਜਿਹੜੀਆਂ ਹੁਣ ਯਾਦ ਆ ਰਹੀਆਂ ਜੀ, ਅਤੇ ਉਹ ਮੈਂ ਤੁਹਾਨੂੰ ਸੁਣਾਉਣਾ। ਕਿ ਇੱਕ ਮੇਰਾ ਗੀਤ ਹੈ ਕਿ ਇਹ ਜੋ ਚੰਨ ਦੀ ਚਾਨਣੀ ਹੈ, ਜੋ ਤਾਰਿਆਂ ਦੀ ਲੋ ਹੈ, ਪੜ੍ਹੀਏ ਤਾਂ ਤੇਰਾ ਖਤ ਹੈ, ਸੁਣੀਏ ਤਾਂ ਤੇਰੀ ਸੋ ਹੈ। ਉਹਦੇ ਮੈਂ ਤੁਹਾਨੂੰ 2 ਸ਼ੇਰ ਸੁਣਾਉਣਾ। ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋ ਹੈ, ਪੜ੍ਹੀਏ ਤਾਂ ਤੇਰਾ ਖਤ ਹੈ, ਸੁਣੀਏ ਤਾਂ ਤੇਰੀ ਸੋ ਹੈ। ਤੋ ਇੱਕ ਦਾ ਸ਼ੇਰ ਸੀ, ਤੇਰੇ ਲਫ਼ਜ਼ ਨੇ ਲਹੂ ਵਿੱਚ, ਤੇਰਾ ਰਾਗ ਹੈ ਰਗਾਂ ਵਿੱਚ, ਤੇਰੇ ਲਫ਼ਜ਼ ਨੇ ਲਹੂ ਵਿੱਚ, ਤੇਰਾ ਰਾਗ ਹੈ ਰਗਾਂ ਵਿੱਚ। ਐ ਗਜ਼ਲ, ਐ ਗਜ਼ਲ, ਐ ਗਜ਼ਲ
वसे तू साही, वाह तेरे तो की लुको है, वाह ये जो चंद दी जाने। ਵਾਹ। ਅੱਜ ਦੀ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਡਾਕਟਰ ਸੁਰਜੀਤ ਪਾਤਰ ਜੀ ਨਾਲ ਹੋਏ ਜਿਹੜੇ ਇਹਨਾਂ ਦੇ ਅਨਮੋਲ ਬਚਨ ਨੇ, ਉਮੀਦ ਹੈ ਕਿ ਤੁਸੀਂ ਇਹਨਾਂ ਨੂੰ ਪਸੰਦ ਕੀਤਾ ਹੋਵੇਗਾ। ਅਤੇ ਅੱਜ ਦੇ ਇਸ ਪ੍ਰੋਗਰਾਮ ਤੋਂ ਬਾਅਦ ਸਾਹਿਤਕ ਪ੍ਰੋਗਰਾਮ ਦਾ ਨਾਮ ਵੀ ਸਨਮੁਖ ਹੋਏਗਾ, ਅਤੇ ਅਗਲਾ ਪ੍ਰੋਗਰਾਮ ਲੈ ਕੇ ਤੁਹਾਡਾ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।